ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ ਪੰਜਵੇਂ ਦੇ 27ਵੇਂ ਸਲੋਕ ਅਤੇ 27ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ ਪੰਜਵਾਂ ਸਲੋਕ। ਪਥ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਚ ਮੋਹ ਵਿਕਾਰ। ਨਾਨਕ ਸੋ ਰਾਧੀਏ ਅੰਤ ਨ ਪਾਰਾਵਾਰ। ਪੌੜੀ। ਪਥ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਚ ਮੋਹ ਵਿਕਾਰ। ਨਾਨਕ ਸੋ ਰਾਧੀਏ ਅੰਤ ਨ ਪਾਰਾਵਾਰ। ਪੌੜੀ। ਪੱਪਾ ਪਰਮਤ ਪਾਰ ਨ ਪਾਇਆ ਪਤਿਤ ਪਾਵਨ ਅਗਮ ਹਰ ਰਾਇਆ। ਹੋਤ ਪਨੀਤ ਕੋਟ ਅਪਰਾਧ ਹੋਤ ਪਨੀਤ ਕੋਟ ਅਪਰਾਧੂ। ਅੰਮ੍ਰਿਤ ਨਾ ਜਪੇ ਮਿਲ ਸਾਧੂ। ਪਰਪੰਚ ਧਰੋ ਮੋਹ ਮਿਟ ਨਾਈ। ਜਾ ਕੋ ਰਾਖੇ ਆਪ ਗੁਸਾਈ। ਪਾਤਸ਼ਾਹ ਸਿਰ ਸੋ ਛਤਰ ਸਿਰ ਸੋ। ਨਾਨਕ ਦੂਸਰ ਅਵਰ ਨ ਕੋਊ। ਪਰਪੰਚ ਧਰੋ ਮੋਹ ਮਿਟ ਨਾਈ। ਜਾ ਕੋ ਰਾਖੇ ਆਪ ਗੁਸਾਈ। ਪਾਤਸ਼ਾਹ ਛਤਰ ਸਿਰ ਸੋਊ। ਨਾਨਕ ਦੂਸਰ ਅਵਰ ਨ ਕੋਊ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਦੀ ਇੱਜ਼ਤ ਪੱਤ ਪਰਮੇਸ਼ਰ ਪਾਰ ਬ੍ਰਹਮ ਨੇ ਆਪ ਰੱਖੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੇ ਆਪਣੇ ਸਾਰੇ ਪਖੰਡ ਮੋਹ ਆਦਿ ਵਿਕਾਰ ਤਿਆਗ ਦਿੱਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਾਰ ਬ੍ਰਹਮ ਦਾ ਕੋਈ ਅੰਤ ਅਤੇ ਪਾਰ ਉਰਾਰ ਨਹੀਂ ਹੈ ਜੀ। ਭਾਵ ਜਿਸ ਦੀ ਰਚਾਈ ਹੋਈ ਇਹ ਸਾਰੀ ਸ੍ਰਿਸ਼ਟੀ ਹੈ ਜੀ ਅਤੇ ਕੋਈ ਇਹ ਨਹੀਂ ਦੱਸ ਸਕਦਾ ਕਿ ਕਿੱਥੋਂ ਸ਼ੁਰੂ ਹੁੰਦੀ ਹੈ ਜਾਂ ਕਿੱਥੇ ਖਤਮ ਹੁੰਦੀ ਹੈ। ਅਤੇ ਪਰਮੇਸ਼ਰ ਨੂੰ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗਣਾ ਚਾਹੀਦਾ ਹੈ ਜੀ ਜਿਸ ਨੇ ਸਾਨੂੰ ਇਹ ਮਨੁੱਖਾ ਜੀਵਨ ਬਖਸ਼ਿਆ ਹੈ ਜੀ। ਫਿਰ ਉਹ ਪਰਮੇਸ਼ਰ ਪਾਰ ਬ੍ਰਹਮ ਆਪਣੇ ਗੁਰਮੁਖਾਂ ਦੀ ਪੱਤ ਰੱਖ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪੱਪੇ ਅੱਖਰ ਅਨੁਸਾਰ ਭਾਵ ਪੱਪਾ ਪਰਮਤ ਪਾਰ ਨ ਪਾਇਆ। ਪੱਪੇ ਅੱਖਰ ਅਨੁਸਾਰ ਪਾਰ ਬ੍ਰਹਮ ਪਰਮੇਸ਼ਰ ਅਸੀਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਦਾ ਨਾ ਕੋਈ ਆਰ ਹੈ ਜੀ ਔਰ ਨਾ ਹੀ ਪਾਰ ਹੈ ਜੀ ਅਤੇ ਨਾ ਹੀ ਉਸਦਾ ਆਰ ਪਾਰ ਪਾਇਆ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਹਰ ਰਾਇਆ ਪਾਰ ਬ੍ਰਹਮ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਜੀ। ਪਤਿਤਾਂ ਨੂੰ ਭਾਵ ਜੋ ਵੀ ਗਲਤੀਆਂ ਅਸੀਂ ਕਰਦੇ ਹਾਂ ਜੀ ਉਹ ਬਖਸ਼ਣਹਾਰ ਬਖਸ਼ ਦਿੰਦਾ ਹੈ ਜੀ ਅਤੇ ਅਗਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰਦੇ ਹਨ ਜੀ ਅਤੇ ਸਾਧ ਸੰਗਤ ਵਿੱਚ ਮਿਲ ਕੇ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਦੇ ਕਰੋੜਾਂ ਅਪਰਾਧ ਮਿਟ ਜਾਂਦੇ ਹਨ ਜੀ ਅਤੇ ਉਹ ਪਵਿੱਤਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਨੇ ਹੇ ਪਾਰ ਬ੍ਰਹਮ ਪਰਮੇਸ਼ਰ ਹਰ ਰਾਇਆ ਜਿਨ੍ਹਾਂ ਨੂੰ ਤੁਸੀਂ ਬਖਸ਼ਦੇ ਹਨ ਹੋ ਜੀ ਉਹ ਹੀ ਬਖਸ਼ੇ ਜਾਂਦੇ ਹਨ ਜੀ। ਜਿਨ੍ਹਾਂ ਨੂੰ ਤੁਸੀਂ ਬਚਾਉਂਦੇ ਹੋ ਜੀ ਉਹ ਹੀ ਪਖੰਡ ਕਪਟ ਅਤੇ ਮੋਹ ਮਾਇਆ ਤੋਂ ਉਹਨਾਂ ਦੇ ਮੋਹ ਪਖੰਡ
ਕਪਟ ਅਤੇ ਮੋਹ ਮਾਇਆ ਮਿਟ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਪਾਪ ਬ੍ਰਹਮ ਆਪ ਹੀ ਪਾਤਸ਼ਾਹਾਂ ਦਾ ਸ਼ਾਹ ਹੈ ਜੀ, ਅਤੇ ਉਸ ਦੇ ਸਿਰ ਉੱਤੇ ਛੱਤਰ ਸੋਭਦਾ ਹੈ ਜੀ। ਭਾਵ ਜਿਸ ਪਰਮੇਸ਼ਰ ਨੇ ਸਾਨੂੰ ਮਨੁੱਖਾ ਜੀਵਨ ਬਖਸ਼ਿਆ ਹੈ ਔਰ ਇਸ ਸ੍ਰਿਸ਼ਟੀ ਦਾ ਮਾਲਕ ਹੈ, ਪਾਤਸ਼ਾਹਾਂ ਦਾ ਸ਼ਾਹ ਹੈ, ਸਭ ਦਾ ਰਾਖਾ ਹੈ ਜੀ। ਗੁਰੂ ਜੀ ਕਹਿੰਦੇ ਹਨ, ਉਸ ਦੇ ਬਰਾਬਰ, ਉਸ ਪਾਤਸ਼ਾਹ ਦੇ ਬਰਾਬਰ ਹੋਰ ਦੂਜਾ ਕੋਈ ਨਹੀਂ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਹੜੇ ਗੁਰਮੁਖ ਆਪਣੇ ਸਾਰੇ ਪਖੰਡ ਅਤੇ ਮੋਹ ਮਾਇਆਵੀ ਵਿਕਾਰਾਂ ਨੂੰ ਤਿਆਗ ਕੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ, ਅਤੇ ਜਿਨ੍ਹਾਂ ਗੁਰਮੁਖਾਂ ਤੇ ਪਾਰ ਬ੍ਰਹਮ ਪਰਮੇਸ਼ਰ ਨੇ ਮਿਹਰ ਕੀਤੀ ਹੈ ਜੀ, ਅਤੇ ਉਹਨਾਂ ਦੀਆਂ ਭੁੱਲ ਚੁੱਕਾਂ ਮਾਫ਼ ਕੀਤੀਆਂ ਹਨ ਜੀ, ਆਪਣੇ ਨਾਲ ਲਗਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਪਾਤਸ਼ਾਹਾਂ ਦਾ ਸ਼ਾਹ ਹੈ ਜੀ। ਉਹ ਹਰ ਰਾਇਆ ਤੋਂ ਸਿਵਾ ਦੂਜਾ ਕੋਈ ਨਹੀਂ ਹੈ ਜੀ। ਉਸ ਦਾ ਨਾ ਕੋਈ ਅੰਤ ਜਾਣ ਸਕਿਆ ਹੈ ਜੀ ਅੱਜ ਤੱਕ, ਅਤੇ ਨਾ ਹੀ ਕੋਈ ਸ਼ੁਰੂਆਤ ਜਾਣ ਸਕਿਆ ਹੈ ਜੀ। ਆਰ ਪਾਰ ਭਾਵ ਕੋਈ ਉਸ ਨੂੰ ਅੱਜ ਤੱਕ ਸਮਝ ਨਹੀਂ ਸਕਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧੂ ਗੁਰਾਂ ਦੀ ਸ਼ਰਨ ਪੈ ਕੇ ਗੁਰਸ਼ਬਦ ਗੁਰਬਾਣੀ ਨਾਮ ਜਪਣ ਨਾਲ ਕਰੋੜਾਂ ਅਪਰਾਧੀਆਂ ਦਾ ਉਧਾਰ ਹੋ ਜਾਂਦਾ ਹੈ ਜੀ। ਭਾਵ ਸਾਡੇ ਕਰੋੜਾਂ ਪਾਪ ਬਖਸ਼ੇ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਤੇ ਜੋ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗਦੇ ਹਨ ਅਤੇ ਪਰਮੇਸ਼ਰ ਨੇ ਆਪਣੇ ਨਾਲ ਲਗਾਏ ਹਨ, ਅਤੇ ਉਹਨਾਂ ਗੁਰਮੁਖਾਂ ਨੇ ਪਰਮੇਸ਼ਰ ਨੂੰ ਆਪਣੇ ਵਿਕਾਰ ਤਿਆਗ ਕੇ ਪਰਮੇਸ਼ਰ ਅੱਗੇ ਆਪਣਾ ਆਪ ਅਰਪਿਤ ਕਰ ਦਿੱਤਾ ਹੈ ਜੀ। ਭਾਵ ਉਹ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖ ਅਪਰਾਧੀਆਂ ਦਾ ਭਾਵ ਉਹਨਾਂ ਦੇ ਹਜ਼ਾਰਾਂ ਕਰੋੜ ਅਪਰਾਧ ਬਖਸ਼ੇ ਜਾਂਦੇ ਹਨ ਜੀ। ਉਹਨਾਂ ਦਾ ਉਹ ਉਧਾਰ ਕਰ ਦਿੰਦਾ ਹੈ ਜੀ, ਅਤੇ ਆਪਣੇ ਨਾਲ ਲਗਾ ਲੈਂਦੇ ਹਨ ਜੀ, ਅਤੇ ਉਹ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਜੇ ਪਰਮੇਸ਼ਰ ਆਪਣੀ ਸਿਫਤ ਸਲਾਹ ਬਖਸ਼ ਦੇਵੇ ਜੀ, ਤਾਂ ਉਹ ਉਹਨਾਂ ਦਾ ਜੀਵਨ ਵਿੱਚ ਆਇਆ ਸਫਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪਣਾ ਆਸਰਾ ਦੇ ਦਿੰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਸ ਦਾ ਫਿਰ ਕੋਈ ਹੋਰ ਮੁਕਾਬਲਾ ਨਹੀਂ ਕਰ ਸਕਦਾ ਜੀ। ਸੋ ਸਿਧਾਂਤ ਇਹ ਹੈ ਜੀ ਕਿ ਆਪਣੇ ਸਾਰੇ ਮੋਹ ਮਾਇਆ ਦੇ ਵਿਕਾਰਾਂ ਨੂੰ ਮਿਟਾ ਕੇ, ਕਾਬੂ ਕਰਕੇ, ਖਤਮ ਕਰਕੇ ਉਹ ਪਾਰ ਬ੍ਰਹਮ ਪਰਮੇਸ਼ਰ ਇੱਜ਼ਤ ਰੱਖਣ ਵਾਲਾ ਹੈ ਜੀ, ਅਤੇ ਉਹ ਪਾਰ ਬ੍ਰਹਮ ਪਰਮੇਸ਼ਰ ਆਪ ਹੀ ਹੈ ਜੀ। ਸੋ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ
ਸਾਰੀ ਬਰਕਤ ਅਤੇ ਬਖਸ਼ਿਸ਼ ਉਹ ਪਰਮੇਸ਼ਰ ਹੀ ਕਰਦਾ ਹੈ ਜੀ, ਜਿਸ ਨਾਲ ਸਾਰੇ ਅਪਰਾਧ ਖਤਮ ਹੋ ਜਾਂਦੇ ਹਨ ਜੀ, ਅਤੇ ਮਨ ਅਤੇ ਤਨ ਪਵਿੱਤਰ ਨਿਰਮਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਦੱਸਦੇ ਹਨ, ਪਰਪੰਚ ਧਰੋ ਮੋਹ ਮਿਟਨਾਈ, ਜਾਕੋ ਰਾਖੇ ਆਪ ਗੁਸਾਈ। ਪਰਪੰਚ ਧਰੋ ਮੋਹ ਮਿਟਨਾਈ, ਜਾਕੋ ਰਾਖੇ ਆਪ ਗੁਸਾਈ। ਪਾਤਸ਼ਾਹ ਛਤਰ ਸਿਰ ਸੋਊ, ਨਾਨਕ ਦੂਸਰ ਅਵਰ ਨ ਕੋਊ। ਪਾਤਸ਼ਾਹ ਛਤਰ ਸਿਰ ਸੋਊ, ਨਾਨਕ ਦੂਸਰ ਅਵਰ ਨ ਕੋਊ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।